हाँ जी, सब तो पहला स्वागत है तुहाडा लर्न विद दीप चैनल विच। असीं प्रीवियस वीडियो विच 4th चैप्टर क्लास 6 का स्टार्ट कीता सीगा, जिहदे विच असीं प्रॉपर्टीज़ पढ़ रहे सीगे मटीरीअल्स दीआं, जिहदे विच असीं की कीता सीगा भी किहड़ियां वस्तुआं जिहड़ियां देखण च की हुंदियां नेगीआं, चमक हुंदी जिन्हां च कई नहीं हुंदी, कई सख्त हुंदियां ने, कई नरम हुंदियां नेगीआं, कई पानी च घुलनशील हुंदियां ने, कई नहीं घुलनशील हुंदियां। इस दी अज अगली प्रॉपर्टी हैगी ऑब्जैक्ट्स मे फ्लोट और सिंक इन वाटर। कई वस्तु होंगे ने जी पानी से फ्लोट करते हैं, पानी से तैरदियां ने, कई वस्तु होंगे जी पानी च डुब जांदियां नेगियां। उहदे अकॉर्डिंग भी असीं आपां मटीरीअल नूं डिवाइड कर सकते हैं। वाइल डूइंग एक्टिविटी 4 कहें जो असीं एक्टिविटी 4 कर रहे सीगे, जो माइट हैव नोटिस दैट द इनसोल्यूबल सॉलिड सैपरेट आउट फ्रॉम वाटर। कि तुसीं की नोट किया होना भी ਜਿਹੜੇ सॉलिड ਜਿਹੜੇ ठोस पानी च नहीं घुलदे गे वो पानी तो की हो गए सैपरेट हो गए, अलग हो गए सीगे। जो मे हैव आल्सो नोटिस दिस विद सम लिक्विड इन एक्ट। इस तरह कई ਜਿਹੜੇ लिक्विड सीगे भी ਜਿਹੜੇ पानी च नहीं घुलदे वो की हो गए सी, उन्होंने अलग लेयर बना ली सी। सम ऑफ दीज मटीरियल दैट डिड नॉट मिक्स विद वाटर फ्लोटेड टू द सरफेस ऑफ वाटर। ਹੁਣ ਕਈ ਮਟੀਰੀਅਲ ਜਿਹੜੇ ਹੁੰਦੇ ਨੇ ਪਾਣੀ 'ਚ ਨਹੀਂ ਘੁਲਦੇਗੇ ਤੇ ਉਹ ਕੀ ਕਰਦੇ ਨੇ ਪਾਣੀ ਦੇ ਉੱਤੇ ਫਲੋਟ ਕਰਦੇ ਨੇ, ਉਹਨਾਂ ਦੇ ਸਰਫੇਸ ਦੇ ਉੱਤੇ ਤੈਰਨ ਲੱਗ ਜਾਂਦੇ ਨੇਗੇ। ਅਦਰਸ ਮੇ ਹੈਵ ਸੰਕ ਟੂ ਦ ਬਾਟਮ ਆਫ ਦ ਥੰਬਲਰ। ਕਈ ਕੀ ਹੁੰਦੇ ਨੇ ਵੀ ਜਿਹੜੇ ਪਾਣੀ 'ਚ ਘੁਲ ਤਾਂ ਸਕਦੇ ਨਹੀਂ ਪਰ ਉਹ ਉੱਪਰ ਤੈਰਦੇ ਵੀ ਨਹੀਂ ਹੈਗੇ, ਉਹ ਉਹਦੇ ਬਾਟਮ 'ਤੇ ਜਾ ਕੇ ਟਿਕ ਜਾਂਦੇ ਨੇ, ਨੀਚੇ ਡੁੱਬ ਜਾਂਦੇ ਨੇਗੇ। ਵੀ ਨੋਟਿਸ ਮੈਨੀ ਐਗਜ਼ਾਮਪਲਸ ਆਬਜੈਕਟਸ ਦੈਟ ਫਲੋਟ ਇਨ ਵਾਟਰ ਔਰ ਸਿੰਕ। ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਦੇ ਆ ਉਦਾਹਰਨਾਂ ਵੀ ਜਿਹੜੀਆਂ ਵਿੱਚ ਕੀ ਉਹ ਪਾਣੀ 'ਚ ਤੈਰਦੀਆਂ ਨੇਗੀਆਂ। ਡਰਾਈਡ ਲੀਵਸ ਫਾਲਨ ਔਨ ਦ ਸਰਫੇਸ ਆਫ ਪੌਂਡ। ਜਿਵੇਂ ਹੁਣ ਸੁੱਕੇ ਪੱਤੇ ਦੇਖਦੇ ਅਸੀਂ ਉਹ ਕੀ ਹੁੰਦੇ ਨੇ ਤਲਾਅ 'ਚ ਡਿੱਗੇ ਪਏ ਉੱਤੇ ਤੈਰਦੇ ਰਹਿੰਦੇ ਨੇਗੇ। ਸਟੋਨ ਜੇ ਇੱਕ ਸਟੋਨ ਹੈਗਾ ਜਿਹਨੂੰ ਅਸੀਂ ਪਾਣੀ 'ਚ ਡੇਗਾਂਗੇ ਤਾਂ ਉਹ ਕੀ ਹੋਊਗਾ ਪੌਂਡ 'ਚ ਡੁੱਬ ਜੂਗਾ। ਫਿਊ ਹੋਰ ਉਦਾਹਰਨਾਂ ਕੀ ਹੋ ਗਈਆਂ few drops of honey that you let fall into glass of water but happen to all of these। ਕਹਿੰਦੇ ਜੀ ਮੰਨ ਲਓ ਅਸੀਂ ਹੁਣ ਇੱਕ ਪੱਥਰ ਡਿੱਗਿਆ, ਇੱਕ ਪੱਤੇ ਡਿੱਗੇ, ਪੱਤੇ ਤੈਰਦੇ ਰਹਿਣਗੇ, ਪੱਥਰ ਕੀ ਹੋਊਗਾ ਪੱਥਰ ਡੁੱਬ ਜੂਗਾ। ਇਸ ਤਰ੍ਹਾਂ ਜੇ ਅਸੀਂ ਹਨੀ ਪਾਤਾ ਪਾਣੀ ਦੇ ਵਿੱਚ ਉਹ ਕੀ ਹੋਊਗਾ ਕਹਿੰਦੇ ਉਹ ਡੁੱਬੂਗਾ ਜਾਂ ਨਹੀਂ ਜਾਂ ਕੀ ਕਰੂਗਾ ਉਹ। ਤੇ ਬੂਜੋ ਵੁੱਡ ਲਾਈਕ ਯੂ ਗਿਵ 5 ਐਗਜ਼ਾਮਪਲਸ ਈਚ ਆਫ ਆਬਜੈਕਟ ਦੈਟ ਫਲੋਟ ਐਂਡ ਦੋਜ਼ ਦੈਟ ਸਿੰਕ ਇਨ ਵਾਟਰ। ਕਹਿੰਦੇ ਬੂਜੋ ਨੇ ਕੀ ਕੀਤਾ 5 ਐਗਜ਼ਾਮਪਲਸ ਦਿੱਤੀਆਂ ਉਦਾਹਰਨਾਂ ਵੀ ਜਿਹੜੀ ਪਾਣੀ 'ਚ ਤੈਰਦੇ ਨੇ ਕਿਹੜੀਆਂ ਡੁੱਬਦੀਆਂ ਨੇਗੀਆਂ। ਬਟ ਅਬਾਊਟ ਟੈਸਟਿੰਗ ਦੀਜ਼ ਸਮ ਮਟੀਰੀਅਲ ਟੂ ਸੀ ਇਫ ਦੇ ਫਲੋਟ ਸਿੰਕ ਇਨ ਅਦਰ ਲਿਕੁਇਡਸ ਲਾਈਕ ਆਇਲ। ਕਿ ਤੁਸੀਂ ਇਹਨਾਂ ਨੂੰ ਟੈਸਟ ਕਰਕੇ ਦੇਖੋ ਵੀ ਜਿਹੜੀ ਵਸਤੂ ਨੇ ਪਾਣੀ 'ਚ ਡੁੱਬ ਜਾਂਦੀਆਂ ਨੇ ਅਤੇ ਕਿਹੜੀਆਂ ਤੈਰਦੀਆਂ ਨੇ। ਇਸ ਤਰ੍ਹਾਂ ਹੋਰ ਪ੍ਰੋਪਰਟੀ ਕੀ ਹੈਗੀ ਟਰਾਂਸਪੇਰੈਂਸੀ। ਟਰਾਂਸਪੇਰੈਂਸੀ ਕੀ ਹੁੰਦੀ ਹੈਗੀ ਪਾਰਦਰਸ਼ਤਾ। ਪਾਰਦਰਸ਼ਤਾ ਕੀ ਹੁੰਦੀ ਹੈਗੀ ਜਿਹੜੀ ਵਸਤੂ ਜੇ ਆਪਾਂ ਆਰ ਪਾਰ ਦੇਖ ਸਕਦੇ ਉਹ ਕੀ ਹੁੰਦੀ ਹੈ ਟਰਾਂਸਪੇਰੈਂਟ ਹੁੰਦੀ, ਜਿਹਦੇ ਆਰ ਪਾਰ ਆਪਾਂ ਨਹੀਂ ਦੇਖ ਸਕਦੇ ਉਹ ਇਨਟਰਾਂਸਪੇਰੈਂਟ ਹੁੰਦੀ ਹੈਗੀ। ਜੋ ਮਾਈਟ ਹੈਵ ਪਲੇਡ ਦ ਗੇਮ ਹਾਈਡ ਐਂਡ ਸੀਕ। ਇਹ ਤੁਸੀਂ ਲੁਕਣ ਵਿੱਚ ਖੇਡੀ ਹੋਣੀ ਗੇਮ। ਥਿੰਕ ਆਫ ਸਮ ਪਲੇਸਿਸ ਵੇਅਰ ਯੂ ਵੁੱਡ ਲਾਈਕ ਟੂ ਹਾਈਡ ਸੋ ਦੈਟ ਯੂ ਆਰ ਨਾਟ ਸੀਨ ਬਾਈ ਅਦਰਸ। ਇਹਨੇ ਕਈ ਚੀਜ਼ਾਂ ਤੁਸੀਂ ਕਈ ਥਾਵਾਂ ਹੁੰਦੀਆਂ ਨੇ ਜਿੱਥੇ ਜਾ ਕੇ ਤੁਸੀਂ ਲੁਕਦੇ ਹੋ, ਤੁਸੀਂ ਉਹ ਥਾਂ 'ਤੇ ਜਾ ਕੇ ਲੁਕਦੇ ਹੋ ਜਿੱਥੇ ਤੁਹਾਨੂੰ ਕੋਈ ਦੇਖ ਨਹੀਂ ਸਕਦਾ ਗਾ। ਵਾਈ ਡਿਡ ਯੂ ਚੂਜ਼ ਦੋਜ਼ ਪਲੇਸ। ਤੁਸੀਂ ਉਹ ਪਲੇਸ ਨੂੰ ਕਿਉਂ ਚੂਜ਼ ਕਰਦੇ ਹੋ ਵੀ ਕੋਈ ਤੁਹਾਨੂੰ ਲੱਭ ਨਾ ਸਕੇ ਕਿਉਂਕਿ ਤੁਸੀਂ ਦਿਖਦੇ ਨਹੀਂ ਹੈਗੇ। ਵੁੱਡ ਯੂ ਹੈਵ ਟਰਾਈ ਟੂ ਹਾਈਡ ਬਿਹਾਈਂਡ ਅ ਗਲਾਸ ਵਿੰਡੋ। ਕਿ ਤੁਸੀਂ ਕਿਤੇ ਸ਼ੀਸ਼ੇ ਦੇ ਨਾਲ ਸ਼ੀਸ਼ੇ ਵਿੱਚ ਲੁਕੇ ਹੋਗੇ। ਸ਼ੀਸ਼ੇ ਵਿੱਚ ਆਪਾਂ ਕਿਉਂ ਲੁਕੇ ਸਾਨੂੰ ਪਤਾ ਵੀ ਸ਼ੀਸ਼ੇ ਵਿੱਚ ਅਸੀਂ ਦਿਸ ਜਾਂਗੇ। ਓਬਵੀਅਸਲੀ ਨੋਟ ਨਹੀਂ ਲੁਕੇ ਹੋਗੇ ਐਜ਼ ਯੂਅਰ ਫਰੈਂਡ ਕੈਨ ਸੀ ਥਰੂ ਦੈਟ ਐਂਡ ਸਪੋਟ ਯੂ। ਕਿਉਂਕਿ ਆਪਣਾ ਫਰੈਂਡ ਆ ਜਿਹੜਾ ਸ਼ੀਸ਼ੇ ਵਿੱਚ ਦੀ ਸਾਨੂੰ ਦੇਖ ਲਊਗਾ ਗਲਾਸ ਵਿੱਚ ਦੀ ਅਤੇ ਅਸੀਂ ਉੱਥੇ ਪਕੜੇ ਜਾਵਾਂਗੇ। ਕੈਨ ਯੂ ਸੀ ਥਰੂ ਆਲ ਦਾ ਮਟੀਰੀਅਲ। ਕਿਉਂਕਿ ਤੁਸੀਂ ਸਾਰੀਆਂ ਚੀਜ਼ਾਂ ਵਿੱਚ ਦੇਖ ਸਕਦੇ ਹੋ, ਨਹੀਂ ਆਪਾਂ ਸਾਰੀ ਚੀਜ਼ਾਂ ਵਿੱਚ ਨਹੀਂ ਦੇਖ ਸਕਦੇ। ਦੋ ਸਬਸਟਾਂਸ ਮਟੀਰੀਅਲ ਥਰੂ ਵਿੱਚ ਥਿੰਗਸ ਕੈਨ ਸੀਨ ਆਰ ਕਾਲ ਟਰਾਂਸਪੇਰੈਂਟ। ਕਹਿੰਦੇ ਉਹ ਸਬਸਟਾਂਸ ਉਹ ਚੀਜ਼ਾਂ ਜਿਨ੍ਹਾਂ ਵਿੱਚੋਂ ਅਸੀਂ ਦੇਖ ਸਕਦੇ ਹਾਂਗੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹੈਗੇ ਟਰਾਂਸਪੇਰੈਂਟ। ਗਲਾਸ ਹੋ ਗਿਆ ਜਿਵੇਂ, ਵਾਟਰ ਹੋ ਗਿਆ, ਏਅਰ ਹੋ ਗਈ, ਸਮ ਪਲਾਸਟਿਕ ਹੋ ਗਈਆਂ ਆਰ ਐਗਜ਼ਾਮਪਲਸ ਨੇ ਟਰਾਂਸਪੇਰੈਂਟ ਮਟੀਰੀਅਲ ਦੀਆਂ। Shopkeeper usually prefer to keep biscuits, sweets and other eatables in transparent containers of glass or plastic so that viewers can easily see these items। ਕਹਿੰਦੇ ਆਪਾਂ ਦੁਕਾਨ 'ਤੇ ਦੇਖਦੇ ਹਾਂਗੇ ਵੀ ਜਿਹੜੇ ਸ਼ੌਪਕੀਪਰ ਹੁੰਦੇ ਨੇ ਦੁਕਾਨਦਾਰ ਹੁੰਦੇ ਨੇ ਉਹ ਜਦੋਂ ਜਿਹੜੀਆਂ ਮਠਿਆਈਆਂ ਹੁੰਦੀਆਂ ਨੇ ਬਿਸਕਿਟਸ ਹੁੰਦੇ ਨੇ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਟਰਾਂਸਪੇਰੈਂਟ ਡੱਬੇ 'ਚ ਪਾ ਕੇ ਰੱਖਦੇ ਨੇ ਤਾਂ ਕਿ ਜਿਹੜਾ ਖਰੀਦਣ ਵਾਲਾ ਉਹਨੂੰ ਦਿਸ ਜਾਣ ਉਹ ਚੀਜ਼ਾਂ ਪਈਆਂ ਹੋਈਆਂ। On the other hand, there are some material through which you are not also able to see। ਕਹਿੰਦੇ ਕਈ ਮਟੀਰੀਅਲ ਉਹ ਹੁੰਦੇ ਨੇ ਜਿਹਨਾਂ ਵਿੱਚ ਅਸੀਂ ਨਹੀਂ ਦੇਖ ਸਕਦੇ।
ਜਿਵੇਂ ਕਹਿੰਦੇ these material are called opaque, ਜਿਹੜੇ ਮਟੀਰੀਅਲ ਵਿੱਚੋਂ ਅਸੀਂ ਨਹੀਂ ਦੇਖ ਸਕਦੇ ਗੇ ਉਹਨੂੰ ਆਪਾਂ ਕੀ ਕਹਿੰਦੇ opaque, ਅਪਾਰਦਰਸ਼ੀ। ਜਿਹੜੇ ਮਟੀਰੀਅਲ ਵਿੱਚ ਅਸੀਂ ਦੇਖ ਸਕਦੇ ਹਾਂਗੇ ਉਹਨੂੰ ਆਪਾਂ ਕਹਿੰਦੇ ਹਾਂ ਟਰਾਂਸਪੇਰੈਂਟ ਤੇ ਪਾਰਦਰਸ਼ੀ। ਜਿਹੜੇ ਮਟੀਰੀਅਲ ਵਿੱਚ ਅਸੀਂ ਨਹੀਂ ਦੇਖ ਸਕਦੇ ਉਹਨੂੰ ਆਪਾਂ ਕਹਿੰਦੇ ਹਾਂ opaque, ਅਪਾਰਦਰਸ਼ੀ। ਜੋ cannot tell is kept in a closed wooden box, ਅ ਕਾਰਡਬੋਰਡ, ਕਾਰਟੂਨ ਔਰ ਮੈਟਲ ਕੰਟੇਨਰ। ਹੁਣ ਮੈਟਲ ਦੀ ਚੀਜ਼ਾਂ ਹੋ ਗਈਆਂ, ਲੱਕੜ ਦੀ ਚੀਜ਼ਾਂ ਵਿੱਚ ਅਸੀਂ ਨਹੀਂ ਦੇਖ ਸਕਦੇ। ਵੁੱਡ, ਕਾਰਡਬੋਰਡ ਐਂਡ ਮੈਟਲ ਆਰ ਐਗਜ਼ਾਮਪਲਸ ਆਫ ਓਪੇਕ ਮਟੀਰੀਅਲ। ਹੁਣ ਕਾਰਡਬੋਰਡ ਹੋ ਗਈ, ਵੁੱਡ ਹੋ ਗਈ, ਇਹ ਕਿਹਦੀਆਂ ਐਗਜ਼ਾਮਪਲਸ ਨੇਗੀਆਂ? ਓਪੇਕ ਮਟੀਰੀਅਲ ਦੀਆਂ, ਅਪਾਰਦਰਸ਼ੀ ਮਟੀਰੀਅਲ ਦੀਆਂ। Do we find that we can group all material and objects without any confusion as either opaque or transparent? ਕਹਿੰਦੇ ਆਪਾਂ ਬਿਨਾਂ ਕਿਸੇ ਡਿਫਿਕਲਟੀ ਦੇ ਇਹ ਗਰੁੱਪ ਬਣਾ ਸਕਦੇ ਹਾਂ ਈਜ਼ੀਲੀ ਵੀ ਕਿਹੜੀ ਚੀਜ਼ਾਂ ਜਿਹੜੀਆਂ ਟਰਾਂਸਪੇਰੈਂਟ ਨੇ, ਕਿਹੜੀਆਂ ਨੇ ਓਪੇਕ ਨੇਗੀਆਂ। ਹੁਣ ਐਕਟੀਵਿਟੀ 6 ਕਰਨੀ ਹੈ। ਕਹਿੰਦੇ ਟੇਕ ਅ ਸ਼ੀਟ ਆਫ ਪੇਪਰ ਐਂਡ ਲੁੱਕ ਥਰੂ ਇਟ ਟੁਵਾਰਡਸ ਅ ਲਾਈਟ ਐਂਡ ਬਲਬ। ਕਹਿੰਦੇ ਆਪਾਂ ਇੱਕ ਸ਼ੀਟ ਲਓ ਪੇਪਰ ਦੀ, ਉਹਨੂੰ ਉਹਦੇ ਬਲਬ ਦੇ ਸਾਹਮਣੇ ਕਰਕੇ ਦੇਖੋ। ਮੇਕ ਅ ਨੋਟ ਆਫ ਯੂਰ ਓਬਜ਼ਰਵੇਸ਼ਨਸ, ਤੇ ਆਪਣੇ ਓਬਜ਼ਰਵੇਸ਼ਨਸ ਨੂੰ ਲਿਖੋ। Now put 2-3 drops of some of oil and spread it on the sheet of paper। ਪਹਿਲਾਂ ਤੁਸੀਂ ਇਕੱਲੀ ਸ਼ੀਟ ਲਈ ਉਹਨੂੰ ਬਲਬ ਦੇ ਸਾਹਮਣੇ ਕਰਕੇ ਦੇਖਿਆ, ਫਿਰ ਤੁਸੀਂ ਕੀ ਕੀਤਾ, ਇੱਕ ਸ਼ੀਟ ਲਈ ਜਿਹਦੇ ਤੁਸੀਂ ਆਇਲ ਦੀਆਂ ਬੂੰਦਾਂ ਪਾਈਆਂ ਤੇ ਫਿਰ ਉਹਨੂੰ ਫਿਰ ਦੇਖਿਆ। ਲੁੱਕ ਅਗੇਨ ਟੁਵਾਰਡਸ ਦ ਲਾਈਟ ਐਂਡ ਬਲਮ ਥਰੂ ਦੈਟ ਪੋਰਸ਼ਨ ਆਫ ਦ ਪੇਪਰ। ਫਿਰ ਉਸ ਬਲਮ ਵੱਲ ਦੇਖੋ ਔਨ ਵਿਚ ਦ ਆਇਲ ਹੈਜ਼ ਬੀਨ ਸਪਰੈਡ, ਜਿਹਦੇ 'ਤੇ ਆਪਾਂ ਆਇਲ ਪਾਇਆ ਸੀ ਜਿਹੜੀ ਪੇਪਰ ਦੇ ਉੱਤੇ ਉਹਦੇ ਵਿੱਚ ਦੀ ਦੇਖੋ। Do you find that the bulb is more clearly visible than before? ਹੁਣ ਜਿਹੜੇ ਸੀ ਪਹਿਲਾਂ ਬਿਨਾਂ ਉਹ ਤੋਂ ਦੇਖ ਰਹੇ ਸੀ ਸ਼ੀਟ ਵਿੱਚ ਦੀ, ਉਹਦੇ 'ਚ ਬਲਬ ਨਹੀਂ ਦਿਸ ਰਿਹਾ ਸੀ, ਪਰ ਜਦੋਂ ਅਸੀਂ ਉੱਤੇ ਆਇਲ ਪਾ ਕੇ ਦੇਖਿਆ ਪੇਪਰ ਦੇ ਉੱਤੇ ਤਾਂ ਕੀ ਸਾਨੂੰ ਬਲਬ ਜਿਹੜਾ ਉਹ ਜ਼ਿਆਦਾ ਕਲੀਅਰ ਦਿਖ ਰਿਹਾ ਸੀਗਾ। ਬਟ ਕੈਨ ਯੂ ਸੀ ਕਲੀਅਰਲੀ ਥਰੂ ਦ ਆਇਲਡ ਪੇਪਰ? ਕਹਿੰਦੇ ਕੀ ਤੁਸੀਂ ਆਇਲਡ ਪੇਪਰ 'ਚ ਬਹੁਤ ਕਲੀਅਰ ਦੇਖ ਸਕਦੇ ਹੋ? ਇਸ ਐਵਰੀਥਿੰਗ ਔਨ ਦ ਅਦਰ ਸਾਈਡ ਆਫ ਇਟ ਵਿਜ਼ੀਬਲ? ਕਹਿੰਦੇ ਉਹਦੇ ਆਲੇ ਜਿਹੜੀ ਦੂਸਰੀ ਸਾਈਡ ਵਸਤੂ ਹਰੇਕ ਚੀਜ਼ ਦਿਸ ਰਹੀ ਹੈਗੀ। ਪਰਹੈਪਸ ਨਾਟ, ਪਰ ਨਹੀਂ ਕਹਿੰਦੇ ਸਾਰੀ ਚੀਜ਼ਾਂ ਨਹੀਂ ਦਿਸਦੀਆਂ ਹੈਗੀਆਂ। ਦ ਮਟੀਰੀਅਲ ਥਰੂ ਵਿਚ ਓਬਜੈਕਟਸ ਕੈਨ ਬੀ ਸੀਨ ਬਟ ਨਾਟ ਕਲੀਅਰਲੀ ਆਰ ਕਾਲਡ ਟਰਾਂਸਲੂਸੈਂਟ। ਕਹਿੰਦੇ ਉਹ ਵਸਤੂਆਂ ਜਿਨ੍ਹਾਂ ਵਿੱਚੋਂ ਅਸੀਂ ਉਹਦੀ ਦੂਸਰੀ ਸਾਈਡ ਵਸਤੂ ਨੂੰ ਦੇਖ ਤਾਂ ਸਕਦੇ ਹੈਗੇ ਪਰ ਸਾਰੀਆਂ ਵਸਤੂਆਂ ਚੰਗੀ ਤਰ੍ਹਾਂ ਨਹੀਂ ਦੇਖ ਸਕਦੇ, ਪੂਰੇ ਕਲੀਅਰ ਨਹੀਂ ਦੇਖ ਸਕਦੇ, ਉਹਨਾਂ ਨੂੰ ਕਹਿੰਦੇ ਆ ਟਰਾਂਸਲੂਸੈਂਟ, ਅਲਪ ਪਾਰਦਰਸ਼ੀ। ਉਹ ਵਸਤੂ ਜਿਹਨਾਂ ਨੂੰ ਅਸੀਂ ਦੂਸਰੀ ਸਾਈਡ ਦੇਖ ਸਕਦੇ ਹਾਂ ਪਾਰਦਰਸ਼ੀ, ਟਰਾਂਸਪੇਰੈਂਸੀ। ਜਿਨ੍ਹਾਂ ਨੂੰ ਅਸੀਂ ਨਹੀਂ ਦੇਖ ਸਕਦੇ ਦੂਸਰੀ ਸਾਈਡ ਜਿਨ੍ਹਾਂ ਵਿੱਚ ਦੀ ਉਹ ਹੁੰਦੀ ਨੇ ਓਪੇਕ, ਅਪਾਰਦਰਸ਼ੀ। ਜਿਨ੍ਹਾਂ 'ਚ ਅਸੀਂ ਥੋੜ੍ਹਾ ਥੋੜ੍ਹਾ ਦੇਖ ਸਕਦੇ ਉਹਨਾਂ ਨੂੰ ਆਪਾਂ ਕਹਿੰਦੇ ਟਰਾਂਸਲੂਸੈਂਟ, ਅਲਪ ਪਾਰਦਰਸ਼ੀ। ਰਿਮੈਂਬਰ ਦ oily patch on paper when we tested food items for presence of fats that was translucent too। Can you think of some more examples of translucent material? ਕਿ ਜੇ ਤੁਸੀਂ ਫੈਟ ਚੈੱਕ ਕੀਤੀ ਸੀ ਕਈ ਉਹਦੇ ਪੇਪਰ ਦੇ ਵਿੱਚ ਵੀ ਕਿਹੜੇ ਫੂਡ ਫੈਟ ਹੈਗੀ ਕਿਹੜੀ ਨਹੀਂ ਹੈਗੀ, ਉਹ ਪੇਪਰ ਕੀ ਸੀ, ਉਹ ਵੀ ਅਲਪ ਪਾਰਦਰਸ਼ੀ ਸੀਗਾ। ਕਿ ਤੁਸੀਂ ਹੋਰ ਐਗਜ਼ਾਮਪਲਸ ਦੇਖ ਸਕਦੇ ਹੋ ਇਹਦੀਆਂ, ਉਹਦੀ ਆਪਾਂ ਅੱਗੇ ਲਿਖ ਗੱਲ ਕਰਨੀ ਆ। We can therefore group material as opaque, transparent and translucent। ਹੁਣ ਕਹਿੰਦੇ ਆਪਾਂ ਉਹਨਾਂ ਗਰੁੱਪ ਬਣਾ ਲਿਆ ਕਿਹੜੇ ਜਿਹੜੇ ਪਦਾਰਥ ਹੈਗੇ ਉਹ ਟਰਾਂਸਪੇਰੈਂਟ ਆ, ਕਿਹੜੇ ਓਪੇਕ ਆ, ਕਿਹੜੇ ਟਰਾਂਸਲੂਸੈਂਟ ਹੈਗੇ। ਪਹੇਲੀ ਸੁਜੈਸਟ ਕਵਰਿੰਗ ਦ ਗਲਾਸ ਆਫ ਟਾਰਚ ਵਿਦ ਯੂਅਰ ਪਾਮ ਐਟ ਦ ਡਾਰਕ ਪਲੇਸ। ਕਹਿੰਦੇ ਕੀ ਕੀਤਾ ਪਹੇਲੀ ਨੇ, ਕੀ ਕੀਤਾ ਉਹਦੇ ਟਾਰਚ ਲਈ ਉਹਦੇ ਆਪਣਾ ਹੱਥ ਰੱਖ ਲਿਆ। ਸਵਿਚ ਔਨ ਦ ਟਾਰਚ ਐਂਡ ਓਬਜ਼ਰਵ, ਤੇ ਉਹਨੂੰ ਟਾਰਚ ਦੀ ਸਵਿਚ ਔਨ ਕੀਤੀ ਦੇਖਿਆ। ਅਦਰ ਸਾਈਡ ਆਫ ਦ ਪਾਮ, ਹੱਥੀਲ ਦੇ ਦੂਜੇ ਪਾਸੇ ਦੇਖਿਆ। ਸ਼ੀ ਵਾਂਟਸ ਟੂ ਨੋ ਵੈਦਰ ਪਾਮ ਆਫ ਯੂਅਰ ਹੈਂਡ ਇਜ਼ ਓਪੇਕ, ਟਰਾਂਸਪੇਰੈਂਟ ਔਰ ਟਰਾਂਸਲੂਸੈਂਟ। ਉਹਨੇ ਦੇਖਿਆ ਵੀ ਜਿਹੜੀ ਟਾਰਚ ਸੀਗੀ ਉਹਨੇ ਔਨ ਕੀਤੀ, ਉਹਦੇ 'ਤੇ ਆਪਣਾ ਹੱਥ ਰੱਖਿਆ ਤੇ ਉਹਨੇ ਉਦੋਂ ਪਾਰ ਦੇਖਿਆ। ਉਹ ਦੇਖਣਾ ਚਾਹੁੰਦਾ ਸੀ ਵੀ ਜਿਹੜੀ ਸਾਡੀ ਹਥੇਲੀ ਹੈਗੀ ਉਹ ਟਰਾਂਸਪੇਰੈਂਟ ਆ, ਓਪੇਕ ਆ ਜਾਂ ਟਰਾਂਸਲੂਸੈਂਟ ਆ। ਵੀ ਲਰਨਡ ਦੈਟ ਮਟੀਰੀਅਲ ਡਿਫਰ ਇਨ ਦੇਅਰ ਅਪੀਅਰੈਂਸ ਐਂਡ ਦ ਵੇ ਦੇ ਮਿਕਸ ਇਨ ਵਾਟਰ ਔਰ ਅਦਰ ਲਿਕੁਇਡਸ। ਕਹਿੰਦੇ ਅਸੀਂ ਕੀ ਦੇਖਿਆ ਵੀ ਜਿਹੜੀ ਮਟੀਰੀਅਲ ਅਪੀਅਰੈਂਸ ਦੇ ਵਿੱਚ ਡਿਫਰੈਂਟ ਹੁੰਦੇ ਨੇਗੇ ਜਾਂ ਕਿਸੇ ਹੋਰ ਤਰੀਕੇ ਨਾਲ ਕਈ ਪਾਣੀ 'ਚ ਘੁਲ ਜਾਂਦੇ ਨੇ, ਕਈ ਲਿਕੁਇਡ ਜਿਹੜੇ ਦੇ ਮੇ ਫਲੋਟ ਔਰ ਸਿੰਕ, ਉਹ ਕਈ ਜਿਹੜੇ ਫਲੋਟ ਕਰਦੇ ਨੇ ਕਈ ਸਿੰਕ ਕਰਦੇ ਨੇ। ਮੇ ਵੀ ਟਰਾਂਸਪੇਰੈਂਟ, ਉਹ ਜਿਹੜੇ ਟਰਾਂਸਪੇਰੈਂਟ ਵੀ ਹੋ ਸਕਦੇ ਆ, ਓਪੇਕ ਵੀ ਹੋ ਸਕਦੇ, ਟਰਾਂਸਲੂਸੈਂਟ ਵੀ ਹੋ ਸਕਦੇ ਨੇ। ਮਟੀਰੀਅਲ ਕੈਨ ਬੀ ਗਰੁੱਪਡ ਔਨ ਦ ਬੇਸਿਸ ਆਫ ਸਿਮਿਲਰਿਟੀਜ਼ ਔਰ ਡਿਫਰੈਂਸਿਸ ਇਨ ਦੇਅਰ ਪ੍ਰੋਪਰਟੀਜ਼। ਇਹ ਅਸੀਂ ਵੱਖ-ਵੱਖ ਮਟੀਰੀਅਲ ਨੂੰ ਗਰੁੱਪ ਦੇ ਵਿੱਚ ਡਿਵਾਈਡ ਕੀਤਾ ਵੀ ਉਹਦੇ ਡਿਫਰੈਂਸਿਸ ਦੇ ਅਕੋਰਡਿੰਗ ਉਹਦੇ 'ਚ ਕਿਹੜੇ ਸਿਮਿਲਰਿਟੀਜ਼ ਸੀ ਉਹਦੇ ਵਿੱਚ ਅਕੋਰਡਿੰਗ। ਵਾਈ ਡੂ ਵੀ ਨੀਡ ਟੂ ਗਰੁੱਪ ਮਟੀਰੀਅਲਸ? ਕਹਿੰਦੇ ਸਾਨੂੰ ਗਰੁੱਪਸ ਦੇ ਵਿੱਚ ਕਿਉਂ ਵੰਡਿਆ ਸੀ ਇਹਨਾਂ ਨੂੰ? ਇਨ ਐਵਰੀਡੇ ਲਾਈਫ ਵੀ ਆਫਨ ਗਰੁੱਪ ਮਟੀਰੀਅਲ ਫਾਰ ਆਵਰ ਕਨਵੀਨੀਅੰਸ।
ਕਹਿੰਦੇ ਅਸੀਂ ਆਪਦੇ ਸੌਖ ਦੇ ਵਾਸਤੇ ਅਸੀਂ ਗਰੁੱਪ ਨੂੰ ਮਟੀਰੀਅਲ 'ਚ ਵੰਡ ਕੇ ਰੱਖਦੇ ਹਾਂਗੇ। ਐਟ ਹੋਮ ਵੀ ਯੂਜ਼ਲੀ ਸਟੋਰ ਥਿੰਗਸ ਇਨ ਸੱਚ ਅ ਮੈਨਰ ਦੈਟ ਸਿਮਿਲਰ ਆਬਜੈਕਟਸ ਆਰ ਪਲੇਸ ਟੂਗੈਦਰ। ਕਹਿੰਦੇ ਅਸੀਂ ਆਪਦੇ ਘਰੇ ਵੀ ਜਿਹੜੀਆਂ ਚੀਜ਼ਾਂ ਇੱਕੋ ਜਿਹੀਆਂ ਹੁੰਦੀਆਂ ਉਹਨੂੰ ਅਸੀਂ ਇੱਕ ਥਾਂ 'ਤੇ ਰੱਖਦੇ ਤਾਂ ਕਿ ਉਸਨੂੰ ਈਜ਼ੀਲੀ ਅਸੀਂ ਫਾਈਂਡ ਕਰ ਲਈਏ। ਸੱਚ ਐਜ਼ ਅਰੇਂਜਮੈਂਟ ਹੈਲਪ ਅਸ ਟੂ ਲੋਕੇਟ ਦੈਮ ਈਜ਼ਲੀ, ਇਹਦੇ ਨਾਲ ਅਸੀਂ ਈਜ਼ੀਲੀ ਕੀ ਕਰ ਸਕਦੇ ਹਾਂ ਉਹਨੂੰ ਲੈ ਸਕਦੇ ਹਾਂਗੇ। Similarly, a grocer usually keeps all type of biscuits at one corner of his shop, all soaps at another, while grains and pulses are stored at some other place. ਇਸ ਦੇ ਜਿਹੜੇ ਸ਼ੌਪਕੀਪਰ ਹੁੰਦੇ ਨੇ ਉਹ ਇੱਕ ਸਾਈਡ 'ਤੇ ਬਿਸਕਿਟ ਰੱਖਦੇ ਨੇ, ਇੱਕ ਸਾਈਡ 'ਤੇ ਦਾਣੇ ਰੱਖਦੇ ਨੇ, ਇੱਕ ਸਾਈਡ 'ਤੇ ਕੀ ਆ ਸੋਪ ਵਗੈਰਾ ਰੱਖਦੇ ਨੇ ਜਾਂ ਹੋਰ ਬਾਕੀ ਚੀਜ਼ਾਂ ਰੱਖਦੇ ਨੇ ਤਾਂ ਕਿ ਉਹ ਈਜ਼ੀਲੀ ਫਾਈਂਡ ਕਰ ਲੈਣ ਇਹਨਾਂ ਨੂੰ। ਦੇਰ ਇਜ਼ ਅਨਦਰ ਰੀਜ਼ਨ ਵਾਈ ਵੀ ਫਾਈਂਡ ਸੱਚ ਗਰੁੱਪਿੰਗ ਯੂਜ਼ਫੁਲ। Dividing material in groups make it convenient to study their properties and also observe any pattern in these properties. We still study more about this in higher classes. ਕਹਿੰਦੇ ਇੱਕ ਤਾਂ ਅਸੀਂ ਤਾਂ ਉਹਨੂੰ ਗਰੁੱਪਸ ਦੇ ਵਿੱਚ ਵੰਡਦੇ ਤਾਂ ਕਿ ਈਜ਼ੀਲੀ ਇਸ ਨੂੰ ਫਾਈਂਡ ਕਰ ਲਈਏ, ਦੂਸਰਾ ਵੀ ਤਾਂ ਕਿ ਇਸ ਚੀਜ਼ ਇਕੱਠੀਆਂ ਇੱਕੋ ਜਿਹੀ ਚੀਜ਼ਾਂ ਨੂੰ ਇੱਕੋ ਸਾਈਡ ਰੱਖਦੇ ਸਾਨੂੰ ਪਤਾ ਲੱਗਦਾ ਵੀ ਕਿਹੜੇ 'ਚ ਕਿਹੜੇ ਗੁਣ ਆ, ਕਿਹੜੇ 'ਚ ਕਿਹੜੀ ਕਿਹੜੀ ਪ੍ਰੋਪਰਟੀ ਜਿਹੜੀ ਪ੍ਰੈਜ਼ੈਂਟ ਹੈਗੀ। ਕਹਿੰਦੇ ਬਾਕੀ ਇਸ ਪ੍ਰੋਪਰਟੀਜ਼ ਬਾਰੇ ਆਪਾਂ ਅਗਲੇ ਜਿਹੜੀਆਂ ਕਲਾਸਾਂ ਵਿੱਚ ਸਟੱਡੀ ਕਰਾਂਗੇ। ਇਸ ਚੈਪਟਰ 'ਚ ਆਪਾਂ ਕੀ ਪੜ੍ਹਿਆ ਵੀ ਜਿਹੜੇ ਵੱਖ-ਵੱਖ ਜਿਹੜੇ ਓਬਜੈਕਟਸ ਹੁੰਦੇ ਨੇ ਉਹ ਵੱਖ-ਵੱਖ ਕੈਟਾਗਰੀ 'ਚ ਉਹਨਾਂ ਨੂੰ ਡਿਵਾਈਡ ਕਰ ਸਕਦੇ ਹੈਗੇ। ਕਈ ਜਿਹੜੀਆਂ ਹੁੰਦੀਆਂ ਹੈਗੀਆਂ ਉਹ ਆਪਾਂ ਪ੍ਰੋਪਰਟੀਜ਼ ਦੇ ਅਕੋਰਡਿੰਗ ਡਿਵਾਈਡ ਕਰਦੇ ਹਾਂ ਜਾਂ ਅਸੀਂ ਵੀ ਕਿਹੜੀ ਚੀਜ਼ ਤੋਂ ਮਿਲ ਕੇ ਬਣੀ ਇਸ ਚੀਜ਼ ਦੇ ਅਕੋਰਡਿੰਗ ਡਿਵਾਈਡ ਕਰਦੇ ਹਾਂ। ਕਈ ਕੀ ਹੁੰਦੀਆਂ ਨੇ ਹਾਰਡ ਹੁੰਦੀਆਂ ਨੇਗੀਆਂ, ਕਈ ਸੌਫਟ ਹੁੰਦੀਆਂ ਨੇਗੀਆਂ, ਕਈ ਕੀ ਹੁੰਦੀਆਂ ਨੇਗੀਆਂ ਲਸਟਰ ਹੁੰਦੇ, ਕਈ ਵਸਤੂਆਂ 'ਚ ਕਈਆਂ 'ਚ ਨਹੀਂ ਹੁੰਦੀ, ਕਈ ਟਰਾਂਸਪੇਰੈਂਟ ਹੁੰਦੇ ਨੇ, ਕਈ ਅਟਰਾਂਸਪੇਰੈਂਟ, ਕਈ ਓਪੇਕ ਹੁੰਦੇ ਨੇ, ਕਿਹੜੀਆਂ ਟਰਾਂਸਲੂਸੈਂਟ ਹੁੰਦੀਆਂ ਨੇਗੀਆਂ। ਆਪਾਂ ਕਿਹੜੇ ਕਿਹੜੇ ਵਰਡ ਕੀਤੇ ਹਾਰਡ ਕੀ ਹੁੰਦੇ ਜਿਹੜੇ ਸਖਤ ਹੁੰਦੇ ਨੇ, ਸੌਫਟ ਕੀ ਹੁੰਦੇ ਜਿਹੜੇ ਨਰਮ ਹੁੰਦੇ ਨੇ, ਇਨਸੋਲੂਬਲ ਜਿਹੜੀਆਂ ਪਾਣੀ ਵਿੱਚ ਨਹੀਂ ਘੁਲ ਸਕਦੀਆਂ, ਸੋਲੂਬਲ ਜਿਹੜੀਆਂ ਪਾਣੀ 'ਚ ਘੁਲ ਸਕਦੇ ਜਿਹੜੇ ਪਦਾਰਥ, ਲਸਟਰ ਜਿਹਨਾਂ 'ਚ ਚਮਕ ਹੁੰਦੀ ਆ, ਅਤੇ ਮਟੀਰੀਅਲ ਕੀ ਹੁੰਦਾ ਵਸਤੂ ਹੁੰਦੇ ਨੇ, ਮੈਟਲ ਕੀ ਹੁੰਦੇ ਧਾਤਾਂ ਹੁੰਦੀਆਂ ਨੇ ਉਹ ਜਿਨ੍ਹਾਂ 'ਚ ਚਮਕ ਹੁੰਦੀ ਉਹਨਾਂ ਨੂੰ ਆਪਾਂ ਕਹਿੰਦੇ ਮੈਟਲਸ ਕਹਿੰਦੇ ਹਾਂ। ਓਪੇਕ ਜਿਹਦੇ 'ਚ ਅਸੀਂ ਨਹੀਂ ਦੇਖ ਸਕਦੇ ਉਹ ਹੁੰਦੇ ਨੇ ਓਪੇਕ। ਟਰਾਂਸਪੇਰੈਂਟ ਕਿਹੜੇ ਹੁੰਦੇ ਜਿਹਦੇ 'ਚ ਅਸੀਂ ਦੇਖ ਸਕਦੇ ਹਾਂਗੇ। ਟਰਾਂਸਲੂਸੈਂਟ ਜਿਹਦੇ 'ਚ ਅਸੀਂ ਥੋੜ੍ਹਾ ਥੋੜ੍ਹਾ ਦੇਖ ਸਕਦੇ ਹਾਂ। ਸੋਲੂਬਲ ਜਿਹੜੇ ਪਾਣੀ 'ਚ ਘੁਲ ਜਾਂਦੇ ਆ। ਰਫ ਕੀ ਹੁੰਦੇ ਹੈਗੇ ਜਿਹੜੇ ਖੁਰਦਰੇ ਹੁੰਦੇ ਹੈਗੇ। ਇਸ ਚੈਪਟਰ 'ਚ ਆਪਾਂ ਕੀ ਪੜ੍ਹਿਆ ਵੀ ਜਿਹੜੀਆਂ ਚੀਜ਼ਾਂ ਨੇ ਸਾਡੇ ਆਲੇ ਦੁਆਲੇ ਉਹਨਾਂ ਦੀ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਹੈਗੀ ਅਤੇ ਕਹਿੰਦੇ ਹੁੰਦੇ ਨੇ ਅਸੀਂ ਬਹੁਤ ਜਿਹੜੀਆਂ ਚੀਜ਼ਾਂ ਨੇਗੀਆਂ ਉਹ ਮਤਲਬ ਕਰ ਸਕਦੇ ਹਾਂ ਵੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਮਟੀਰੀਅਲ ਤੋਂ ਬਣੀਆਂ ਹੁੰਦੀਆਂ ਨੇ, ਕਈ ਚੀਜ਼ਾਂ ਬਹੁਤ ਸਾਰੀ ਮਟੀਰੀਅਲ ਤੋਂ ਮਿਲ ਕੇ ਬਣੀਆਂ ਹੁੰਦੀਆਂ ਨੇਗੀਆਂ ਅਤੇ ਜਿਹੜੀ ਹਰੇਕ ਮਟੀਰੀਅਲ 'ਚ ਬਹੁਤ ਸਾਰੀ ਜਿਹੜੀ ਪ੍ਰੋਪਰਟੀਜ਼ ਪ੍ਰੈਜੈਂਟ ਹੁੰਦੀਆਂ ਨੇ, ਵੱਖ-ਵੱਖ ਪ੍ਰੋਪਰਟੀਜ਼ ਹੁੰਦੀਆਂ ਨੇ, ਕਿਹੜੇ 'ਚ ਕੋਈ ਗੁਣ ਹੁੰਦਾ ਕਿਸੇ 'ਚ ਕੋਈ ਗੁਣ ਹੁੰਦਾ ਗਾ। ਕਹਿੰਦੇ ਇਸੇ ਤਰੀਕੇ ਕਈ ਜਿਹੜੀਆਂ ਹੁੰਦੀਆਂ ਨੇ ਹਾਰਡ ਹੁੰਦੀਆਂ ਨੇ, ਕਈ ਜਿਹੜੀ ਸੌਫਟ ਹੁੰਦੀਆਂ ਨੇ, ਕਈ ਰਾਊਂਡ ਹੁੰਦੀਆਂ ਨੇ, ਕਈ ਸਮੂਥ ਹੁੰਦੀਆਂ ਨੇਗੀਆਂ, ਕਈ ਜਿਹੜੇ ਮਟੀਰੀਅਲ ਪਾਣੀ 'ਚ ਸੋਲੂਬਲ ਹੁੰਦੇ ਨੇ, ਕਈ ਅਨਸੋਲੂਬਲ ਹੁੰਦੇ ਨੇਗੇ, ਕਈ ਜਿਹੜੇ ਟਰਾਂਸਪੇਰੈਂਟ ਹੁੰਦੇ ਨੇ, ਕਈ ਚੀਜ਼ਾਂ ਜਿਹੜੀਆਂ ਓਪੇਕ ਹੁੰਦੀਆਂ ਨੇ, ਕਈ ਟਰਾਂਸਲੂਸੈਂਟ ਹੁੰਦੀਆਂ ਨੇ। ਹੋਰ ਕੀ ਪੜ੍ਹਿਆ ਆਪਾਂ ਵੀ ਅਸੀਂ ਇਹਨਾਂ ਨੂੰ ਗਰੁੱਪ ਦੇ ਵਿੱਚ ਤਾਂ ਰੱਖਦੇ ਹਾਂ ਤਾਂ ਕਿ ਈਜ਼ੀਲੀ ਆਪਾਂ ਉਹਨਾਂ ਨੂੰ ਫਾਈਂਡ ਕਰ ਸਕੀਏ ਅਤੇ ਤਾਂ ਕਿ ਅਸੀਂ ਉਹਨਾਂ ਨੂੰ ਈਜ਼ੀਲੀ ਉਹਨਾਂ ਦੀ ਪ੍ਰੋਪਰਟੀਜ਼ ਬਾਰੇ ਪੜ੍ਹ ਸਕੀਏ। ਚਲੋ ਜੀ ਇਹ ਆਪਣਾ ਚੈਪਟਰ ਇਹਦੇ ਲਈ ਖਤਮ ਹੁੰਦਾ ਗਾ। ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।